ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਉਮੀਦ ਕਰਦਾ ਰਾਜੇ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਮੈਂ ਕਰੰਟ ਅਫੇਅਰ ਜਿਹੜੇ ਆਪਾਂ ਕਰਨੇ। ਰਾਜੇ ਕੱਲ ਕਲਾਸ ਆਪਣੀ ਮਿਸ ਹੋ ਗਈ ਸੀ ਥੋੜੀ ਜੀ, ਬਿਜ਼ੀ ਸ਼ਡਿਊਲ ਹੋਣ ਕਰਕੇ। 11 ਤੇ 12 ਤਰੀਕ ਦੇ ਆਪਾਂ ਕਰੰਟ ਅਫੇਅਰ ਕਵਰ ਕਰਾਂਗੇ ਬਹੁਤ ਵਧੀਆ ਢੰਗ ਦੇ ਨਾਲ। ਤੇ ਕਲਾਸ ਨੂੰ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ ਜਿਹੜੇ ਬੱਚੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡੇਲੀ ਕਰੰਟ ਅਫੇਅਰ ਵਾਸਤੇ। ਤਾਂ ਸਟਾਰਟ ਕਰਦੇ ਰਾਜੇ। ਅੱਜ ਦਾ ਪਹਿਲਾ ਕਰੰਟ ਅਫੇਅਰ ਆਪਣੇ ਕੋਲੇ ਕੀ ਰਿਹਾ। ਪਹਿਲਾ ਕਰੰਟ ਅਫੇਅਰ ਕੀ ਕਹਿ ਰਿਹਾ ਜੀ, ਕਹਿੰਦਾ ਕਿਹੜੀ ਸੂਬਾ ਸਰਕਾਰ ਕਹਿੰਦੀ ਕਿਸਾਨਾਂ ਤੋਂ ਗੋਬਰ ਖਰੀਦੇਗੀ। ਠੀਕ ਹੈ, ਤਾਂ ਵਿੱਚ ਸਟੇਟ ਗਵਰਨਮੈਂਟ ਵਿਲ ਬਾਏ ਕਾਓ ਡੰਗ ਫਰੋਮ ਫਾਰਮਰਸ। ਤਾਂ ਕਾਓ ਦੀ ਗੱਲ ਹੋ ਰਹੀ ਰਾਜੇ, ਇੱਥੇ ਵੈਲੋ ਦੀ ਗੱਲ ਨਹੀਂ ਹੋ ਰਹੀ। ਇੱਕ ਧਿਆਨ ਦੇ ਵਿੱਚ ਇਹ ਚੀਜ਼ ਰੱਖਣੀ ਹੈ, ਠੀਕ ਹੈ ਜੀ। ਓਨਲੀ ਕਾਓ ਦੀ ਗੱਲ ਹੋ ਰਹੀ ਹੈ। ਤੇ ਇਹ ਕਿਹੜੀ ਸਰਕਾਰ ਹੈ ਜੀ, ਤੁਸੀਂ ਮੈਨੂੰ ਆਨਸਰ ਕਰਨਾ। ਮਹਾਰਾਸ਼ਟਰ, ਵੈਸਟ ਬੰਗਾਲ, ਹਰਿਆਣਾ ਜਾਂ ਉੱਤਰ ਪ੍ਰਦੇਸ਼। ਤਾਂ ਇਹਦਾ ਰਾਈਟ ਜਿਹੜਾ ਆਨਸਰ ਬਣਦਾ ਰਾਜੇ ਉੱਤਰ ਪ੍ਰਦੇਸ਼ ਬਣਦਾ ਹੈ। ਉੱਤਰ ਪ੍ਰਦੇਸ਼ ਜਿਹੜੇ ਮੁੱਖ ਮੰਤਰੀ ਹੈਗੇ ਨੇ ਆਦਿੱਤਿਆਨਾਥ ਜੋਗੀ ਹਨਾ, ਉਹਨਾਂ ਨੇ ਇਹ ਅਨਾਉਂਸ ਕੀਤਾ ਵੀ ਜਿਹੜੀ ਸਰਕਾਰ ਆ ਇਹ ਗੋਬਰ ਖਰੀਦ ਕੇ ਇਹਨੂੰ ਕਨਵਰਟ ਕਰੂਗੀ ਸੀਐਨਜੀ ਦੇ ਵਿੱਚ। ਠੀਕ ਹੈ, ਸੀਐਨਜੀ ਫਿਊਲ ਦੇ ਵਿੱਚ ਕੀ ਕਰੂਗੀ, ਕਨਵਰਟ ਕਰੂਗੀ। ਆਪਾਂ ਦੇਖਦੇ ਹਾਂ ਇਹਦੇ ਬਾਰੇ ਹੋਰ ਜਾਣਕਾਰੀ ਥੋੜੀ ਜੀ। ਕਹਿੰਦਾ ਜੀ ਯੂਪੀ ਸਰਕਾਰ ਕਹਿੰਦਾ ਜਲਦੀ ਹੀ ਗਾਂ ਦੇ ਗੋਹੇ ਤੋਂ ਸੀਐਨਜੀ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ। ਠੀਕ ਹੈ, ਤਾਂ ਸਰਕਾਰ ਕਰ ਕੀ ਰਹੀ ਹੈ ਰਾਜੇ, ਇਹ ਜਿਹੜਾ ਗੋਹਾ ਖਰੀਦ ਰਹੀ ਹੈ ਇਹ ਫਾਰਮਰ ਤੋਂ ਕਿੰਨਾ ਇਹਦਾ ਰੇਟ ਪੁੱਛਿਆ ਜਾ ਸਕਦਾ ਹੈ ਨਾ, 1.5 ਰੁਪਏ ਪ੍ਰਤੀ ਕਿਲੋ। ਠੀਕ ਹੈ, 1.5 ਰੁਪਏ ਪ੍ਰਤੀ ਕਿਲੋ, 1.50 ਰੁਪੀਸ ਪ੍ਰਤੀ ਕੇਜੀ ਦੇ ਹਿਸਾਬ ਦੇ ਨਾਲ ਗੋਹਾ ਖਰੀਦੂਗੀ, ਤੇ ਇਹ ਗੋਹੇ ਦੀ ਪੂਰੀ ਤਰ੍ਹਾਂ ਗੋਬਰ ਪਲਾਂਟ ਵਿੱਚ ਵਰਤੋਂ ਕੀਤੀ ਜਾਊਗੀ। ਤਾਂ ਅਗਲੀ ਗੱਲ ਅਗਰ ਮੈਂ ਗੱਲ ਕਰਾਂ ਰਾਜੇ, ਜਿਹੜੇ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਤੇ ਦੁੱਧ ਵਿਕਾਸ ਮੰਤਰੀ ਹੈ, ਇਹਨਾਂ ਦਾ ਨਾਮ ਵੀ ਯਾਦ ਰੱਖਣਾ, ਧਰਮਪਾਲ ਸਿੰਘ। ਠੀਕ ਹੈ, ਉੱਤਰ ਪ੍ਰਦੇਸ਼ ਜਿਹੜੇ ਦੁੱਧ ਵਿਕਾਸ ਮੰਤਰੀ ਹੈਗੇ ਨੇ ਉਹ ਹੈਗੇ ਨੇ ਜੀ ਧਰਮਪਾਲ ਸਿੰਘ। ਉਹਨਾਂ ਨੇ ਕਿਹਾ ਜੀ ਇਹ ਜਲਦੀ ਆਪਣੀ ਸਟੇਟ ਦੇ ਵਿੱਚ ਕੀ ਹੋ ਜਾਊਗੇ, ਗੋਬਰ ਦੇ ਪਲਾਂਟ ਦਾ ਕੰਮ ਸ਼ੁਰੂ ਹੋ ਜਾਊਗਾ। ਤੇ ਜਿੱਤੋਂ ਕਨਵਰਟ ਕੀ ਕਰਨਗੇ, ਉਹ ਸੀਐਨਜੀ ਨੂੰ ਕਨਵਰਟ ਕਰਨਗੇ। ਤਾਂ ਆ ਬੰਦਾ ਜੀ ਉਹ ਜੀ ਨੇ ਧਰਮਪਾਲ ਜੀ। ਤਾਂ ਸੀਐਨਜੀ ਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਕਿਉਂਕਿ ਪੁੱਛਿਆ ਜਾ ਸਕਦਾ ਹੈਗੀ ਹੈ ਜੀ, ਕੰਪਰੈਸਡ ਨੈਚੁਰਲ ਗੈਸ। ਓਕੇ ਹੈ ਜੀ। तो यूपी में बिकेगा गाय का गोबर। ਤਾਂ ਨਿਊਜ਼ ਸੀਗੀ ਤੁਹਾਡੇ ਸਾਹਮਣੇ। ਅਗਲੀ ਨਿਊਜ਼ ਵੱਲ ਵਧਦੇ ਹਾਂ ਰਾਜੇ। ਤੁਹਾਨੂੰ ਮੈਂ ਯੂਪੀ ਦੀ ਰਾਜਧਾਨੀ ਵੀ ਕਰਾਈ ਹੋਈ ਹੈ, ਠੀਕ ਹੈ, ਮੁੱਖ ਮੰਤਰੀ ਵੀ ਕਰਵਾਇਆ ਹੋਇਆ, ਰਾਜਪਾਲ ਵੀ ਕਰਵਾਇਆ ਹੋਇਆ। ਤੇ ਜੇ ਤੁਸੀਂ ਕਮੈਂਟ ਕਰਨਾ ਚਾਹੋ ਤਾਂ ਕਮੈਂਟ ਕਰ ਸਕਦੇ ਹੋ। ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਕੀ ਕਹਿੰਦਾ ਜੀ ਆਪਾਂ ਨੂੰ, ਕਹਿੰਦਾ ਵਿਚ ਯੂਨੀਅਨ ਮਿਨਿਸਟਰ ਹੈਜ਼ ਵਾਕਡ ਇਨ ਦਾ ਕੈਨੀਜ਼ 2022 ਰੈੱਡ ਕਾਰਪੇਟ। ਕੈਨਿਸ ਦੇ ਉੱਪਰ ਮੈਂ ਪਹਿਲਾਂ ਵੀ ਤੁਹਾਨੂੰ ਕੁਐਸਚਨ ਕਰਵਾਇਆ ਸੀਗਾ ਲਾਸਟ ਵੀਡੀਓ ਦੇ ਵਿੱਚ। ਤਾਂ ਤੁਸੀਂ ਮੈਨੂੰ ਦੱਸਣਾ ਵੀ ਜਿਹੜੀ ਕੈਨਸ 2002 ਦਾ ਜਿਹੜਾ ਇਵੈਂਟ ਹੋ ਰਿਹਾ ਉਹਦੇ ਰੈੱਡ ਕਾਰਪੇਟ ਤੇ ਕਿਹੜਾ ਕੇਂਦਰੀ ਮੰਤਰੀ ਕੀ ਹੈ ਚੱਲਿਆ। ਠੀਕ ਹੈ, ਪਿਊਸ਼ ਗੋਇਲ, ਹਰਦੀਪ ਪੁਰੀ, ਰਾਘਵ ਚੱਡਾ, ਅਨੁਰਾਗ ਠਾਕੁਰ। ਤਾਂ ਤੁਸੀਂ ਆਪਣਾ ਆਨਸਰ ਸੋਚ ਲੈਣਾ, ਜੇ ਤੁਹਾਡਾ ਠੀਕ ਹੋਇਆ ਤਾਂ ਤੁਸੀਂ ਦੇਖ ਲਿਓ। ਤਾਂ ਇਹ ਹੈਗਾ ਜੀ ਅਨੁਰਾਗ ਠਾਕੁਰ। ਠੀਕ ਹੈ ਜੀ, ਅਨੁਰਾਗ ਠਾਕੁਰ। ਅਨੁਰਾਗ ਠਾਕੁਰ ਕੌਣ ਹੈ ਰਾਜੇ, ਬੀਜੇਪੀ ਦਾ ਕੀ ਹੈ ਜੀ, ਇਹ ਮੈਂਬਰ ਆਫ ਪਾਰਲੀਮੈਂਟ ਹੈ। ਠੀਕ ਹੈ, ਐਮਪੀ ਹੈ, ਮੈਂਬਰ ਆਫ ਪਾਰਲੀਮੈਂਟ। ਤੇ ਹੈ ਕਿੱਥੋਂ ਦਾ ਰਾਜੇ, ਇਹ ਹੈਗਾ ਜੀ ਹਮੀਰਪੁਰ ਹਿਮਾਚਲ ਪ੍ਰਦੇਸ਼ ਦਾ ਮੰਤਰੀ ਹੈ। ਠੀਕ ਹੈ ਜੀ, ਯਾਦ ਰੱਖ ਲਿਓ। ਰਾਘਵ ਚੱਡਾ ਨੂੰ ਤੁਸੀਂ ਸਾਰੇ ਜਾਣਦੇ ਹੋ, ਪਿੱਛੇ ਜੇ ਵੀ ਨਿਊਜ਼ 'ਚ ਰਹੇ ਨੇ। ਠੀਕ ਹੈ, ਆਮ ਆਦਮੀ ਪਾਰਟੀ ਦੇ ਕੀ ਨੇ ਇਹ, ਮੈਂਬਰ ਆਫ ਰਾਜ ਸਭਾ, ਮੈਂਬਰ ਆਫ ਰਾਜ ਸਭਾ। ਠੀਕ ਹੈ ਜੀ। ਵੈਸੇ ਇਹ ਕੀ ਨੇ, ਐਮਐਲਏ ਵੀ ਨੇ ਕਿੱਥੋਂ ਦੇ, ਦਿੱਲੀ ਦੇ ਵਿੱਚ ਇੱਕ ਜਿਹੜਾ ਪੈਂਦਾ ਏਰੀਆ ਰਜਿੰਦਰ ਨਗਰ। ਠੀਕ ਹੈ ਜੀ, ਰਜਿੰਦਰ ਨਗਰ, ਦਿੱਲੀ। ਠੀਕ ਹੈ, ਤਾਂ ਸਾਰਾ ਕੁਝ ਯਾਦ ਰੱਖਣਾ, ਪੁੱਛਿਆ ਜਾ ਸਕਦਾ। ਹਰਦੀਪ ਪੁਰੀ ਵੀ ਨਿਊਜ਼ 'ਚ ਰਹਿੰਦੇ ਨੇ ਰਾਜੇ। ਕੌਣ ਨੇ ਇਹ, ਮਿਨਿਸਟਰ ਆਫ ਪੈਟਰੋਲੀਅਮ। ਇਹ ਵੀ ਯਾਦ ਰੱਖਣਾ ਭਾਈ, ਪੈਟਰੋਲੀਅਮ ਤੁਹਾਨੂੰ ਪਤਾ ਕਿੰਨਾ ਚੱਕਰ ਪੈ ਰਿਹਾ। ਮਿਨਿਸਟਰ ਆਫ ਪੈਟਰੋਲੀਅਮ ਤੇ ਇੱਕ ਪੈਟਰੋਲੀਅਮ ਐਂਡ ਨੈਚੁਰਲ ਗੈਸ ਦੇ ਵੀ ਮਿਨਿਸਟਰ ਨੇ। ਇੱਕ ਇਹਨਾਂ ਕੋਲ ਹੋਰ ਮਿਨਿਸਟਰੀ ਆ, ਉਹ ਹੈਗੀ ਹੈ ਜੀ ਹਾਊਸਿੰਗ ਐਂਡ ਅਰਬਨ ਅਫੇਅਰਸ। ਠੀਕ ਹੈ ਜੀ, ਸਾਰਾ ਕੁਝ ਯਾਦ ਰੱਖਣਾ ਬੇਟੇ। ਦੋ ਮਿਨਿਸਟਰੀਆਂ ਨੇ ਇਹਨਾਂ ਕੋਲੇ। ਹੁਣ ਮੈਂ ਗੱਲ ਕਰਾਂ ਜੀ ਪਿਊਸ਼ ਗੋਇਲ ਜੀ ਦੀ। ਪਿਊਸ਼ ਗੋਇਲ ਤੁਹਾਨੂੰ ਪਤਾ ਪਹਿਲਾਂ ਕੀ ਸੀਗੇ, ਪੁਰਾਣੇ ਤੋਂ ਪੁਰਾਣੇ ਟਾਈਮ ਦੇ ਵਿੱਚ ਰੇਲਵੇ ਮਿਨਿਸਟਰ ਵੀ ਰਹੇ ਨੇ। ਠੀਕ ਹੈ ਜੀ, ਪਰ ਇਸ ਟਾਈਮ ਇਹਨਾਂ ਕੋਲੇ ਕਿਹੜੀ ਕਿਹੜੀ ਮਿਨਿਸਟਰੀ ਹੈ ਰਾਜੇ, ਇਹਨਾਂ ਕੋਲੇ ਮਿਨਿਸਟਰੀ ਆਫ ਜਾਂ ਮਿਨਿਸਟਰ ਆਫ ਇਹਨਾਂ ਕੋਲੇ ਹੈਗਾ ਜੀ ਆਪਣੇ ਕੋਲੇ ਕਮਰਸ ਐਂਡ ਇੰਡਸਟਰੀ। ਕਿਹੜਾ ਜੀ ਇਹਨਾਂ ਕੋਲੇ, ਕਮਰਸ ਐਂਡ ਇੰਡਸਟਰੀ। ਠੀਕ ਹੈ ਜੀ, ਇੱਕ ਇਹਨਾਂ ਕੋਲੇ ਹੋਰ ਹੈ ਕਮਰਸ ਐਂਡ ਇੰਡਸਟਰੀ, ਹਾਂ ਜੀ, ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ।
ਠੀਕ ਹੈ ਜੀ, ਜਿਹੜਾ ਆਪਾਂ ਅਨਾਜ ਵੰਡਦੇ ਆ ਆਪਣੀ ਜਨਤਾ ਨੂੰ। ਤਾਂ ਇਹ ਸਾਰਾ ਕੁਝ ਯਾਦ ਰੱਖਣਾ। ਇਹਦਾ ਰਾਈਟ ਆਨਸਰ ਬਣਦਾ ਜੀ ਅਨੁਰਾਗ ਠਾਕੁਰ, ਕੈਨੀਜ਼ 2002 ਦੇ ਰੈੱਡ ਕਾਰਪਟ ਤੇ। ਇਸ ਤੋਂ ਇਲਾਵਾ ਹੋਰ ਬੰਦੇ ਵੀ ਦੌੜੇ ਸੀਗੇ, ਠੀਕ ਹੈ, ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਫੋਟੋ। ਤਾਂ ਕਹਿੰਦਾ ਜੀ ਇੰਡੀਆ ਹੈਜ਼ ਬੀਨ ਨੇਮਡ ਐਜ਼ ਦਾ ਆਫੀਸ਼ੀਅਲ ਕੰਟਰੀ ਆਫ ਆਨਰਸ। ਤਾਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਜਿਹੜੀ ਹੋਣ ਜਾ ਰਹੀ ਹੈ ਇਵੈਂਟ, ਇਸ ਤੇ ਪਹਿਲੀ ਵਾਰੀ ਇੰਡੀਆ ਦੇ ਜਿਹੜੇ ਮਤਲਬ ਕਿ ਇੰਡੀਆ ਦੀ ਤਾਰੀਖ ਦੇ ਵਿੱਚ ਕੀ ਕੀਤਾ ਜਾਊਗਾ, ਕਾਫੀ ਸਾਰੇ ਇਵੈਂਟ ਕੀਤੇ ਜਾਣਗੇ ਐਟ ਦਾ ਅਪਕਮਿੰਗ, ਕਹਿੰਦਾ ਮਾਰਸੇ ਡਿਊ ਫਿਲਮ ਵਿਚ ਇਜ਼ ਆਰਗੇਨਾਈਜ਼ਡ ਅਲੋਂਗ ਸਾਈਡ ਦਾ ਕੈਨੀਜ਼ ਫਿਲਮ ਫੈਸਟੀਵਲ ਇਨ ਫਰਾਂਸ। ਤਾਂ ਫਰਾਂਸ ਦੇ ਵਿੱਚ ਹੋ ਰਿਹਾ, ਤੁਹਾਨੂੰ ਮੈਂ ਦੱਸਿਆ ਸੀ। ਤੇ ਯੂਨੀਅਨ ਮਿਨਿਸਟਰ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਕੌਣ ਨੇ? ਅਨੁਰਾਗ ਠਾਕੁਰ, ਠੀਕ ਹੈ ਜੀ। ਅਨੁਰਾਗ ਠਾਕੁਰ ਨਾਲ ਵੀ ਯਾਦ ਰੱਖਣਾ, ਮਿਨਿਸਟਰ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਵੀ ਨੇ। ਤੇ ਐਮਪੀ ਨੇ ਕਿੱਥੋਂ ਦੇ ਨੇ ਜੀ? ਹਿਮਾਚਲ ਪ੍ਰਦੇਸ਼, ਹਮੀਰਪੁਰ ਦੇ। ਤਾਂ ਠੀਕ ਹੈ ਜੀ, ਸਾਰਾ ਕੁਝ ਯਾਦ ਰੱਖਣਾ। ਤਾਂ ਅੱਗੇ ਮੈਂ ਤੁਹਾਨੂੰ ਦਿਖਾਉਣਾ ਜੀ, ਦੇਖੋ ਕੌਣ ਕੌਣ ਨੇ। ਇਹ ਅਨੁਰਾਗ ਠਾਕੁਰ ਹੈ, ਇਹ ਅਕਸ਼ੇ ਕੁਮਾਰ ਹੈ। ਆ ਦੋ ਜਿਹੜੀਆਂ ਬੀਬੀਆਂ ਹੈਗੀਆਂ, ਇਹਨਾਂ ਦੇ ਨਾਮ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ, ਠੀਕ ਹੈ। ਜਿਹੜੇ ਫਿਲਮਾਂ ਜ਼ਿਆਦਾ ਦੇਖਦੇ ਉਹਨਾਂ ਨੂੰ ਪਤਾ ਹੋਊਗਾ ਭਾਈ, ਮੈਂ ਘੱਟ ਦੇਖਦਾ, ਮੈਨੂੰ ਇਹਨਾਂ ਦੇ ਬਾਰੇ ਇੰਨੀ ਨੌਲੇਜ ਨਹੀਂ ਹੈਗੀ, ਨਾ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ। ਤਾਂ ਇਸ ਕਰਕੇ ਤੁਸੀਂ ਮੇਰੀ ਹੈਲਪ ਕਰੋ ਤੇ ਮੈਨੂੰ ਦੱਸੋ ਵੀ ਇਹ ਕੌਣ ਨੇ ਬੀਬੀਆਂ, ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਫੋਟੋ ਜਰਨਲਿਸਟ ਹੈਜ਼ ਬੀਨ ਆਨਰਡ ਵਿਦ ਦਾ ਪਲਟੀਜ਼ਰ ਪ੍ਰਾਈਜ਼ ਆਫ ਇਮੇजेस ਆਫ ਦਾ ਕੋਵਿਡ ਸਟੋਲ ਇਨ ਇੰਡੀਆ। ਤਾਂ ਕਿਹੜੇ ਰਾਜੇ ਜਿਹੜਾ ਜਰਨਲਿਸਟ ਜਿਹੜੇ ਕਿ ਫੋਟੋ ਤਸਵੀਰਾਂ ਖਿੱਚਦੇ ਨੇ, ਤਾਂ ਉਹਨੂੰ ਪਲਟੀਜ਼ਰ ਪ੍ਰਾਈਜ਼ ਮਿਲਿਆ 2022 ਨਾਲ ਸਨਮਾਨਿਤ ਕੀਤਾ ਗਿਆ ਹੈ ਕੋਵਿਡ ਦੇ ਦੌਰਾਨ ਜਿਹੜੀਆਂ ਉਹਨੇ ਫੋਟੋਆਂ ਖਿੱਚੀਆਂ ਸੀਗੀਆਂ। ਤਾਂ ਕੌਣ ਨੇ ਜੀ? ਅੰਦਾਨ ਆਬੀਦੀ, ਦਾਨਿਸ਼ ਸਦੀਕੀ, ਸਨਾ ਅਰਸ਼ਾਦ ਮੱਟੋ ਤੇ ਅਮਿਤ ਦਵੇ। ਤਾਂ ਸਾਰੇ ਰਿਲੇਟਡ ਨੇ, ਲੇਕਿਨ ਜਿਹੜਾ ਮੇਨ ਆਨਸਰ ਬਣਦਾ ਰਾਜੇ ਇਹਦੇ ਵਿੱਚ ਜਿਹੜੇ ਬੰਦੇ ਸੀਗੇ, ਇਹਨਾਂ ਦੀ ਡੈਥ ਹੋ ਚੁੱਕੀ ਹੈ। ਇਹ ਹੈਗੇ ਨੇ ਜੀ ਸੌਰੀ ਸੀ ਨਹੀਂ ਸੌਰੀ ਬੀ ਆਨਸਰ। ਇਹ ਹੈਗੇ ਨੇ ਜੀ ਦਾਨਿਸ਼ ਸਦੀਕੀ, ਠੀਕ ਹੈ ਜੀ। ਇਹਨੂੰ ਕੱਟ ਲਿਓ, ਦਾਨਿਸ਼ ਸਦੀਕੀ ਜੀ ਰਾਈਟ ਆਨਸਰ ਨੇ। ਇਹਨਾਂ ਨੂੰ ਸੈਕਿੰਡ ਟਾਈਮ ਮਿਲਿਆ ਇਹ ਜਿਹੜਾ ਪਲਟੀਜ਼ਰ ਪ੍ਰਾਈਜ਼ ਹੈ। ਇਹਨਾਂ ਦੀ ਡੈਥ ਹੋ ਗਈ ਰਾਜੇ। ਡੈਥ ਕਿੱਥੇ ਹੋਈ ਹੈ? ਅਫਗਾਨਿਸਤਾਨ ਦੇ ਵਿੱਚ, ਜਦੋਂ ਕਲੈਸ਼ ਚੱਲ ਰਿਹਾ ਸੀਗਾ। ਤਾਂ ਉਸੇ ਚੱਕਰ ਦੇ ਵਿੱਚ ਤੁਹਾਨੂੰ ਪਤਾ ਪਿੱਛੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਹਨਾ, ਤਾਂ ਉਸ ਦੌਰਾਨ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੇ ਚਾਕੂ ਲੱਗਿਆ ਸੀ ਸ਼ਾਇਦ ਮੇ ਵੀ, ਤਾਂ ਇਹਨਾਂ ਦੀ ਡੈਥ ਹੋ ਚੁੱਕੀ ਹੈ। ਤਾਂ ਸੈਕਿੰਡ ਟਾਈਮ ਇਹਨਾਂ ਨੂੰ ਓਨਰ ਕੀਤਾ ਗਿਆ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਜਿਹੜੇ ਅੰਦਾਨ ਆਬੀਦੀ ਹੈਗੇ ਨੇ, ਇਹ ਵੀ ਫੋਟੋ ਜਰਨਲਿਸਟ ਨੇ, ਸੇਮ ਇਸੇ ਫੀਲਡ ਦੇ ਨੇ, ਬਟ ਇਹ ਕਿੱਥੋਂ ਬਿਲੋਂਗ ਕਰਦੇ ਆ ਜੀ? ਇਹ ਨਿਊ ਦਿੱਲੀ ਤੋਂ ਬਿਲੋਂਗ ਕਰਦੇ ਆ। ਇਹ ਵੀ ਸੇਮ ਇਹਨਾਂ ਦੀ ਕੈਟਾਗਰੀ 'ਚ ਨੇ, ਇਹਨਾਂ ਨੂੰ ਵੀ ਮਤਲਬ ਕਿ ਨਾਲ ਮਿਲਿਆ। ਤਾਂ ਸਨਾ ਅਰਸ਼ਾਦ ਮੱਟੋ, ਠੀਕ ਹੈ, ਇਹ ਵੀ ਲੇਡੀਜ਼ ਹੈ, ਕੁੜੀ ਹੈ, ਬਹੁਤ ਛੋਟੀ ਉਮਰ ਦੀ ਹੈ, 27-28 ਸਾਲ ਦੀ। ਇਹ ਵੀ ਫੋਟੋ ਜਰਨਲਿਸਟ ਹੈ। ਇਹ ਹੈਗੀ ਆ ਜੀ ਸ਼੍ਰੀਨਗਰ ਦੀ, ਸ਼੍ਰੀਨਗਰ JNK, ਠੀਕ ਹੈ ਜੀ। ਅਮਿਤ ਦਵੇ ਵੀ ਸੇਮ ਇਹਨਾਂ ਦੀ ਕੈਟਾਗਰੀ ਦਾ ਬੰਦਾ ਹੈ। ਇਹ ਹੈਗਾ ਜੀ ਗੁਜਰਾਤ, ਅਹਿਮਦਾਬਾਦ ਤੋਂ, ਗੁਜਰਾਤ ਤੋਂ, ਠੀਕ ਹੈ। ਤਾਂ ਸਾਰਾ ਕੁਝ ਯਾਦ ਰੱਖ ਲਿਓ, ਕਿੱਥੋਂ ਕਿੱਥੋਂ ਪੁੱਛਿਆ ਜਾ ਸਕਦਾ ਹੈ। ਤਾਂ ਤੁਹਾਨੂੰ ਮੈਂ ਬੰਦਾ ਦਿਖਾਉਣਾ ਜੀ, ਆਹ ਵਿਚਾਰਾ ਬੰਦਾ ਜਿਹਦੀ ਡੈਥ ਹੋ ਚੁੱਕੀ ਹੈ। ਬਾਕੀ ਤਿੰਨ ਬੰਦੇ ਤੁਹਾਨੂੰ ਮੈਂ ਦਿਖਾਤੇ ਆ, ਠੀਕ ਹੈ ਜੀ। ਇਹ ਤੇ ਕਹਿੰਦਾ ਜੀ ਲੇਟ ਫੋਟੋ ਜਰਨਲਿਸਟ ਹੈਗਾ ਦਾਨਿਸ਼ ਸਦੀਕੀ, ਕਹਿੰਦਾ ਜੀ ਹੈਜ਼ ਬੀਨ ਆਨਰਡ ਵਿਦ ਦਾ ਸੈਕੰਡ ਪ੍ਰੈਸਟੀਜੀਅਸ ਪਲਟੀਜ਼ਰ ਪ੍ਰਾਈਜ਼ 2022, ਠੀਕ ਹੈ ਜੀ। ਇਹਨਾਂ ਨੇ ਫੋਟੋਗ੍ਰਾਫੀ ਕੀਤੀ ਸੀ, ਕਾਹਦੇ ਵਾਸਤੇ? ਕੋਵਿਡ ਦੇ ਵਿੱਚ ਕੀਤੀ ਸੀ। ਇਹਨਾਂ ਨਾਲ ਕੀ ਆ, ਜਿਹੜੇ ਅੰਦਾਨ ਅਬੀਦੀ, ਸਨਾ ਅਰਸ਼ਿਦ ਮੱਟੋ ਤੇ ਅਮਿਤ ਦਵੇ ਨੂੰ ਮਿਲਿਆ। ਤੇ ਇਹ ਬੰਦੇ ਬਾਰੇ ਥੋੜੀ ਜਾਣਕਾਰੀ ਪ੍ਰਾਪਤ ਕਰਦੇ। ਜਿਹੜਾ ਸਦੀਕੀ ਹੈਗਾ ਬੇਟੇ, ਇਹ ਇਹਨਾਂ ਨੂੰ ਮਤਲਬ ਕਿ ਅਫਗਾਨਿਸਤਾਨ ਦੇ ਵਿੱਚ ਗਿਆ ਸੀ ਲਾਸਟ ਈਅਰ, ਤੇ ਉੱਥੇ ਦੀ ਡੈਥ ਹੋ ਗਈ ਹੈ, ਠੀਕ ਹੈ। ਤਾਂ ਇਹ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਜਦੋਂ ਕਵਰ ਕਰ ਰਿਹਾ ਸੀਗਾ ਅਫਗਾਨ ਟਰੂਪਸ ਐਂਡ ਤਾਲਿਬਾਨ ਦੇ ਵਿਚਕਾਰ ਜਿਹੜੀ ਲੜਾਈ ਹੋ ਰਹੀ ਸੀ। ਤੁਹਾਨੂੰ ਪਤਾ ਅੰਦਰ ਯੁੱਧ ਹੋ ਰਿਹਾ ਸੀ ਆਪਸ ਦੇ ਵਿੱਚ ਹੀ, ਉਹਨਾਂ ਨੇ ਕਬਜ਼ਾ ਕਰ ਲਿਆ ਸੀਗਾ। ਤਾਂ ਸੈਕੰਡ ਟਾਈਮ ਇਹਨਾਂ ਨੂੰ ਮਿਲਿਆ ਸਦੀਕੀ ਨੂੰ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਤੇ ਸਦੀਕੀ ਜੀ ਹੈ ਕਿੱਥੋਂ ਦੇ ਸੀਗੇ ਰਾਜੇ? ਗ੍ਰੈਜੂਏਟ ਸੀਗੇ, ਕਹਿੰਦਾ ਡਿਗਰੀ ਇਨ ਦਾ ਇਕਨੋਮਿਕਸ ਫਰੋਮ ਦਾ ਜਾਮੀਆ ਮਿਲੀਆ ਇਸਲਾਮੀਆ ਦਿੱਲੀ ਤੋਂ, ਠੀਕ ਹੈ ਜੀ। ਇਹ ਯਾਦ ਰੱਖਣਾ ਕਿੱਥੋਂ ਡਿਗਰੀ ਕੀਤੀ ਉਹ ਬੰਦੇ ਨੇ, ਠੀਕ ਹੈ ਜੀ। ਜਾਮੀਆ ਮਿਲੀਆ ਇਸਲਾਮੀਆ ਦਿੱਲੀ ਤੋਂ ਕੀਤੀ ਹੈ ਜੀ। ਡਿਗਰੀ ਇਨ ਮਾਸ ਕਮਿਊਨੀਕੇਸ਼ਨ ਵੀ ਕੀਤੀ ਇਹਨਾਂ ਨੇ, ਠੀਕ ਹੈ ਜੀ। ਤੇ ਇਹ ਹੈਗਾ ਜੀ ਸਾਰਾ ਹਿਸਾਬ ਕਿਤਾਬ, ਇਹਨਾਂ ਬਾਰੇ ਯਾਦ ਰੱਖਣਾ ਤੁਸੀਂ, ਇੱਕ ਚੀਜ਼ ਪੁੱਛੀ ਜਾ ਸਕਦੀ ਹੈ। ਤਾਂ ਅੱਗੇ ਆਪਾਂ ਗੱਲ ਕਰੀਏ, ਜੇ ਪਲਟੀਜ਼ਰ ਪ੍ਰਾਈਜ਼ ਦੀ ਗੱਲ ਕਰੀਏ, ਤਾਂ ਪਲਟੀਜ਼ਰ ਪ੍ਰਾਈਜ਼ ਜਿਹੜਾ ਹੁੰਦਾ ਬੇਟੇ, ਉਹ ਮਿਲਦਾ ਹੈ ਜਿਵੇਂ ਕਿਸੇ ਨੇ ਕੋਈ ਵੱਖਰਾ ਕੰਮ ਕੀਤਾ ਹੋਵੇ, ਅਚੀਵਮੈਂਟ ਕੀਤੀ ਹੋਵੇ ਨਿਊਜ਼ਪੇਪਰ ਦੇ ਵਿੱਚ, ਮੈਗਜ਼ੀਨ, ਆਨਲਾਈਨ ਜਰਨਲਿਜ਼ਮ ਦੇ ਵਿੱਚ, ਲਿਟਰੇਚਰ ਦੇ ਵਿੱਚ, ਮਿਊਜ਼ੀਕਲ ਕੰਪੋਜੀਸ਼ਨ ਦੇ ਵਿੱਚ। ਤੇ ਦਿੰਦਾ ਕੌਣ ਹੈ ਜੀ? ਅਮਰੀਕਾ, ਯੂਨਾਈਟਿਡ ਸਟੇਟ, ਠੀਕ ਹੈ ਜੀ। ਐਸਟੈਬਲਿਸ਼ ਕਦੋਂ ਹੋਇਆ ਸੀ? 1917 ਦੇ ਵਿੱਚ। ਤਾਂ ਇਹ ਬੰਦਾ ਸੀਗਾ ਜੋਸਫ ਪਲਟੀਜ਼ਰ, ਇਹਨੇ ਹੀ ਸ਼ੁਰੂ ਕੀਤਾ ਮਤਲਬ ਕਿ ਨਿਊਜ਼ਪੇਪਰ ਪਬਲਿਸ਼। ਤੇ ਇਹਨੂੰ ਐਡਮਿਨਿਸਟ੍ਰੇਟ ਕੌਣ ਕਰਦਾ ਜੀ? ਕੋਲੰਬੀਆ ਯੂਨੀਵਰਸਿਟੀ। ਆ ਇਹਦਾ ਹੈਗਾ ਜੀ ਸਿੰਬਲ। ਤਾਂ ਯਾਦ ਰੱਖ ਲਿਓ, ਪਲਟੀਜ਼ਰ ਪ੍ਰਾਈਜ਼ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਤਾਂ ਕੁਐਸਚਨ ਕਿਤੋਂ ਵੀ ਆ ਸਕਦਾ ਰਾਜੇ, ਦਿਮਾਗ ਖੋਲ ਕੇ। ਆ ਗਿਆ ਜੀ ਹੁਣ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਤੁਹਾਨੂੰ ਪੁੱਛਿਆ ਜਾਊਗਾ 101%। ਕਹਿੰਦਾ ਜੀ ਨੈਸ਼ਨਲ ਟੈਕਨੋਲੋਜੀ ਡੇ ਇਜ਼ ਅਬਜ਼ਰਵਡ ਐਵਰੀ ਈਅਰ ਔਨ ਡੈਸ਼ ਅਕ੍ਰੋਸ ਦਾ ਕੰਟਰੀ।
ਤਾਂ ਆਪਣੇ ਭਾਰਤ ਵਾਸਤੇ ਬਹੁਤ ਵੱਡਾ ਦਿਨ ਹੁੰਦਾ ਰਾਜੇ। ਰਾਸ਼ਟਰੀ ਟੈਕਨੋਲੋਜੀ ਦਿਵਸ ਹਰ ਸਾਲ ਆਪਣੇ ਦੇਸ਼ 'ਚ ਕਦੋਂ ਮਨਾਇਆ ਜਾਂਦਾ, ਪਹਿਲਾਂ ਤਾਂ ਇਹ ਤੁਸੀਂ ਦੱਸਣਾ ਮੈਨੂੰ। ਤਾਂ ਕਦੋਂ ਮਨਾਇਆ ਜਾਂਦਾ ਰਾਜੇ? ਇਹ ਮਨਾਇਆ ਜਾਂਦਾ ਜੀ 11 ਮਈ ਨੂੰ। ਕਦੋਂ ਮਨਾਇਆ ਜਾਂਦਾ? 11 ਮਈ ਨੂੰ ਮਨਾਇਆ ਜਾਂਦਾ। ਕਿਉਂ ਮਨਾਇਆ ਜਾਂਦਾ? ਜੇ ਤੁਸੀਂ ਜੌਨ ਅਬਰਾਹਮ ਦੀ ਫਿਲਮ ਦੇਖੀ ਹੋਵੇ ਪੋਖਰਨ, ਪੋਖਰਨ ਠੀਕ ਹੈ, ਪੋਖਰਨ ਰਾਜਸਥਾਨ ਦੇ ਵਿੱਚ ਹੈ, ਤਾਂ ਤੁਹਾਨੂੰ ਸਾਰੀ ਚੀਜ਼ ਨੌਲੇਜ ਹੋਊਗੀ। ਤਾਂ ਚੰਗੀਆਂ ਫਿਲਮਾਂ ਜ਼ਰੂਰ ਦੇਖਿਆ ਕਰੋ। ਤਾਂ 11 ਤਰੀਕ ਨੂੰ ਮਨਾਇਆ ਜਾਂਦਾ ਰਾਜੇ। ਇਹਦੇ ਵਿੱਚ ਕੀ ਸੀਗਾ, ਜਿਹੜਾ ਆਪਣਾ ਇੰਡੀਆ ਸੀਗਾ ਉਹਨਾਂ ਨੇ ਕੀ ਕੀਤਾ ਸੀ, ਪੋਖਰਨ ਦੇ ਵਿੱਚ ਟੈਸਟ ਕੀਤਾ ਸੀਗਾ ਪਰਮਾਣੂ ਬੰਬ, ਨਿਊਕਲੀਅਰ, ਠੀਕ ਹੈ ਜੀ। ਤਾਂ ਇਸੇ ਕਰਕੇ ਮਨਾਇਆ ਜਾਂਦਾ ਸੀ। ਉਸ ਟਾਈਮ ਤੇ ਆਪਣੇ ਕੌਣ ਸੀਗੇ ਪ੍ਰਧਾਨ ਮੰਤਰੀ? ਅਟਲ ਬਿਹਾਰੀ ਵਾਜਪਾਈ ਜੀ, ਠੀਕ ਹੈ ਜੀ। ਤਾਂ ਲਿਖਿਆ ਹੋਇਆ ਕਹਿੰਦਾ ਜੀ, ਭਾਰਤ ਨੇ ਰਾਜਸਥਾਨ ਦੇ ਵਿੱਚ ਭਾਰਤੀ ਫੌਜ ਦੀ ਪੋਖਰਨ ਟੈਸਟ ਰੇਂਜ ਦੇ ਵਿੱਚ ਮਈ 1998 ਵਿੱਚ, ਮਈ 1998 ਯਾਦ ਰੱਖਣਾ, 5 ਪਰਮਾਣੂ ਕਹਿੰਦਾ ਜਿਹੜੇ ਬੰਬ ਹੈਗੇ ਆ ਉਹਨਾਂ ਦੀ ਇੱਕ ਲੜੀ ਪੋਖਰਨ 2 ਟੈਸਟ ਕੀਤੇ ਸੀਗੇ। ਤਾਂ ਇਸੇ ਕਰਕੇ 11 ਮਈ ਨੂੰ ਮਨਾਇਆ ਜਾਂਦਾ ਭਾਈ, ਉਸੇ ਵਰ੍ਹੇਗੰਢ ਨੂੰ ਯਾਦ ਕਰਨ ਵਜੋਂ ਮਨਾਇਆ ਜਾਂਦਾ ਹੈ। ਥੀਮ ਕੀ ਸੀਗਾ ਰਾਜੇ? ਇਸ ਵਾਰ ਦਾ ਥੀਮ ਕੀ ਸੀਗਾ? ਇੰਟੀਗ੍ਰੇਟਿਡ ਅਪਰੋਚ ਇਨ ਦਾ ਸਾਇੰਸ ਐਂਡ ਟੈਕਨੋਲੋਜੀ ਫॉर ਅ ਸਸਟੇਨੇਬਲ ਫਿਊਚਰ, ਠੀਕ ਹੈ ਜੀ। ਤਾਂ ਇਹਦੇ ਹੁਣ ਜੇ ਮੈਂ ਹੋਰ ਗੱਲ ਕਰਾਂ ਥੋੜਾ ਜਿਹਾ, ਇਹਨੂੰ ਲਾਂਚ ਕਿਹਨੇ ਕੀਤਾ ਸੀਗਾ? ਜਤਿੰਦਰ ਸਿੰਘ ਯੂਨੀਅਨ ਮਿਨਿਸਟਰ ਨੇ। ਇਹ ਨੈਸ਼ਨਲ ਸਾਇੰਸ ਡੇ ਹੈ, ਟੈਕਨੋਲੋਜੀ ਡੇ ਆਪਣਾ, ਠੀਕ ਹੈ, ਸਾਇੰਸ ਡੇ ਤੇ ਟੈਕਨੋਲੋਜੀ ਡੇ, ਸੌਰੀ ਸਾਇੰਸ ਡੇ ਮੇਰੇ ਮੂੰਹ 'ਚ ਨਿਕਲ ਰਿਹਾ। ਤਾਂ ਹੁਣ ਤੁਹਾਨੂੰ ਮੈਂ ਇੱਕ ਚੀਜ਼ ਪੁੱਛਣ ਜਾ ਰਿਹਾ, ਜਿਵੇਂ ਆ ਜਿਹੜਾ ਮੋਟੋ ਹੈਗਾ ਇਹ ਕਿਹਨੇ ਦਿੱਤਾ ਸੀਗਾ? ਜੈ ਜਵਾਨ ਜੈ ਕਿਸਾਨ। ਇਹ ਤੁਸੀਂ ਮੈਨੂੰ ਕਮੈਂਟ ਕਰਨਾ ਹੈ, ਮੈਂ ਨਹੀਂ ਦੱਸ ਰਿਹਾ। ਇਹ ਆਪਣੇ ਭਾਰਤ ਦੇ ਸੀਗੇ ਰਾਸ਼ਟਰਪਤੀ, ਉਹਨਾਂ ਨੇ ਦਿੱਤਾ ਸੀਗਾ ਜੈ ਜਵਾਨ ਜੈ ਕਿਸਾਨ। ਉਸ ਤੋਂ ਬਾਅਦ ਜਿਹੜੇ ਅਟਲ ਬਿਹਾਰੀ ਵਾਜਪਾਈ ਜੀ ਸੀਗੇ, ਉਹਨਾਂ ਨੇ 1998 ਦੇ ਵਿੱਚ ਜਦੋਂ ਪੋਖਰਨ ਟੈਸਟ ਹੋਇਆ ਸੀ, ਉਹਨਾਂ ਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ ਤੇ ਜੈ ਵਿਗਿਆਨ, ਠੀਕ ਹੈ। ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸੀਗੇ ਉਸ ਟਾਈਮ ਤੇ ਆਪਣੇ। ਤਾਂ ਇਹਨਾਂ ਨੇ ਪੋਖਰਨ ਟੈਸਟ 1998 ਦੇ ਵਿੱਚ ਕਿਹਾ ਸੀਗਾ, ਠੀਕ ਹੈ, ਸੌਰੀ ਆ ਪ੍ਰਾਈਮ ਮਿਨਿਸਟਰ ਸੀਗੇ ਆਪਣੇ, ਠੀਕ ਹੈ। ਤੇ ਇਸ ਤੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਇੱਕ ਹੋਰ ਐਡ ਕਰਤਾ, ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਜੈ ਅਨੁਸੰਧਾਨ, ਠੀਕ ਹੈ। ਇਹ ਨਰਿੰਦਰ ਮੋਦੀ ਜੀ ਨੇ ਕੀਤਾ ਸੀ। ਕਦੋਂ ਐਡ ਕੀਤਾ ਸੀ ਪੁੱਛਿਆ ਜਾ ਸਕਦਾ ਰਾਜੇ। ਇੱਕ ਆਪਣੇ ਕੋਲੇ ਕੀ ਹੋਈ ਸੀਗੀ, ਐਂ ਕਹਿ ਲਓ ਇੱਕ ਇਵੈਂਟ ਹੋਈ ਸੀਗੀ, ਕਾਂਗਰਸ ਹੋਈ ਸੀਗੀ। ਕਿੱਥੇ ਹੋਈ ਸੀਗੀ? ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ, ਸ਼ਾਇਦ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਹੋਈ ਸੀਗੀ 106th ਇੰਡੀਅਨ ਸਾਇੰਸ ਕਾਂਗਰਸ ਐਟ ਦਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਉੱਥੇ ਇਹਨਾਂ ਨੇ ਕਿਹਾ ਸੀਗਾ, ਜਦੋਂ ਫਿਊਚਰ ਇੰਡੀਆ ਸਾਇੰਸ ਐਂਡ ਟੈਕਨੋਲੋਜੀ ਨਾਮ ਸੀਗਾ ਇਸ ਇਵੈਂਟ ਦਾ, ਉੱਥੇ ਬੋਲਿਆ ਸੀ ਇਹਨਾਂ ਨੇ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਤੇ ਜੈ ਅਨੁਸੰਧਾਨ, ਠੀਕ ਹੈ ਜੀ। ਇਹ ਯਾਦ ਰੱਖ ਲਿਓ, ਤੇ ਸਾਰਾ ਕੁਝ ਇਹ ਪੁੱਛਿਆ ਜਾ ਸਕਦਾ ਤੁਹਾਨੂੰ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਕੰਟਰੀ ਹੈਜ਼ ਇਨੋਗ੍ਰੇਟਿਡ ਵਰਲਡਸ ਲੌਂਗੈਸਟ ਗਲਾਸ ਬਾਟਮ ਬ੍ਰਿਜ। ਗਲਾਸ ਬਾਟਮ ਬ੍ਰਿਜ ਦਾ ਮਤਲਬ ਕੀ ਹੈ ਕਿ ਜਿਹੜਾ ਬ੍ਰਿਜ ਬਣਿਆ ਉਹਦਾ ਜਿਹੜਾ ਬਾਟਮ ਹੈਗਾ, ਸਤਹ ਹੈਗੀ ਉਹਦੀ ਕੱਚ ਦੀ ਬਣੀ ਹੋਈ ਹੈ। ਤਾਂ ਕਿਹੜਾ ਸ਼ਹਿਰ ਹੈ ਰਾਜੇ? ਉਹ ਸ਼ਹਿਰ ਹੈਗਾ ਜੀ ਵੀਅਤਨਾਮ। ਕਿਹੜਾ ਸ਼ਹਿਰ ਹੈਗਾ ਰਾਜੇ? ਉਹ ਵੀਅਤਨਾਮ ਹੈ। ਵੀਅਤਨਾਮ ਦੀ ਜੇ ਮੈਂ ਕੈਪੀਟਲ ਦੀ ਗੱਲ ਕਰਾਂ, ਰਾਜਧਾਨੀ ਦੀ ਗੱਲ ਕਰਾਂ ਰਾਜੇ, ਰਾਜਧਾਨੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਹਨੋਈ, ਠੀਕ ਹੈ, ਹਨੋਈ ਹੈ ਇਹਦੀ ਕੈਪੀਟਲ। ਤੇ ਕਰੰਸੀ ਕਿਹੜੀ ਹੈਗੀ ਰਾਜੇ? ਇਹਦੀ ਕਰੰਸੀ ਹੈਗੀ ਹੈ ਜੀ ਇਹਦੀ ਉੱਥੋਂ ਦੀ ਵੀਅਤਨਾਮਸ ਡੋਂਗ ਹੈ, ਡੋਂਗ, ਠੀਕ ਹੈ, ਡੋਂਗ। ਤੇ ਵੀਅਤਨਾਮ ਹੈ ਰਾਜੇ, ਤੁਹਾਨੂੰ ਮੈਂ ਦਿਖਾ ਦਿੰਦਾ। ਆ ਹੈਗਾ ਜੀ ਬ੍ਰਿਜ, ਇਹ ਜੰਗਲ ਦੇ ਵਿੱਚ ਬਣਾਇਆ ਗਿਆ। ਕਹਿੰਦਾ ਜੀ ਵਰਲਡਸ ਲਾਰਜੈਸਟ ਗਲਾਸ, ਵਰਲਡਸ ਹੈ, ਧਿਆਨ ਧਿਆਨ ਰੱਖਣਾ, ਠੀਕ ਹੈ, ਦੁਨੀਆ ਦਾ। ਤਾਂ ਵਰਲਡਸ ਲਾਰਜੈਸਟ ਗਲਾਸ ਬਾਟਮ ਬ੍ਰਿਜ ਹੈ, ਕਹਿੰਦਾ ਓਪਨ ਇਨ ਵੀਅਤਨਾਮ। ਇਟ ਇਜ਼ ਕਾਲਡ ਵੀਅਤਨਾਮ ਬੈਚ ਲੌਂਗ ਪੈਡਿਸਟਨ ਬ੍ਰਿਜ, ਠੀਕ ਹੈ ਜੀ। ਇਹਦੀ ਜਿਹੜੀ ਹੈਗੀ ਆ ਆਪਣੀ, ਕਹਿੰਦਾ 632 ਮੀਟਰ ਕੀ ਹੈ ਲੰਬਾ ਇਹ, ਠੀਕ ਹੈ, ਤੇ 150 ਮੀਟਰ ਕੀ ਹੈ ਉੱਚਾ ਹੈ। ਤਾਂ ਹਿਊਜ ਜੰਗਲ ਦੇ ਨੇੜੇ ਤੇੜੇ। ਅੱਗੇ ਗੱਲ ਕਰਦੇ ਹਾਂ ਜੀ, ਆਪਣੇ ਇੰਡੀਆ ਦਾ ਕੁਐਸਚਨ ਹੈ। ਕਹਿੰਦਾ ਜੀ ਯੂਪੀਆਈ ਤੁਸੀਂ ਸਾਰੇ ਯੂਜ਼ ਕਰਦੇ ਹੋਵੋਗੇ, ਪੇਟੀਐਮ, ਗੂਗਲ, ਠੀਕ ਹੈ, ਫੋਨ ਪੇ ਵਗੈਰਾ। ਤਾਂ ਯੂਨੀਫਾਈਡ ਪੇਮੈਂਟ ਇੰਟਰਫੇਸ ਕਹਿੰਦਾ ਇੰਡੀਆਜ਼ ਫਲੈਗਸ਼ਿਪ ਡਿਜੀਟਲ ਪੇਮੈਂਟ ਪਲੇਟਫਾਰਮ, ਕਹਿੰਦਾ ਇਹਨਾਂ ਨੇ ਰਿਕਾਰਡ ਕੀਤਾ ਜੀ 5.58 ਬਿਲੀਅਨ ਟ੍ਰਾਂਜੈਕਸ਼ਨਸ ਵਰਥ ਡੈਸ਼ ਇਨ ਅਪ੍ਰੈਲ 2022। ਤਾਂ 5.58 ਜਿਹੜਾ ਬਿਲੀਅਨ ਤੇ ਇਹਨਾਂ ਨੇ ਟ੍ਰਾਂਜੈਕਸ਼ਨਸ ਕੀਤੀਆਂ ਨੇ। ਤੇ ਪੈਸਾ ਕਿੰਨਾ ਆਇਆ? ਪੈਸੇ ਦੀ ਗੱਲ ਕਰ ਰਿਹਾ, ਵਰਥ ਕਿੰਨਾ ਆਇਆ ਆਪਾਂ ਕੋਲ, ਪੈਸਾ ਕਿੰਨਾ ਆਇਆ? ਤਾਂ ਤੁਸੀਂ ਮੈਨੂੰ ਦੱਸਣਾ ਕਿੰਨਾ ਪੈਸਾ ਆਇਆ। 5.83 ਟ੍ਰਿਲੀਅਨ ਆਇਆ, ਠੀਕ ਹੈ। ਟ੍ਰਿਲੀਅਨ ਕੀ ਹੁੰਦਾ ਰਾਜੇ? ਪਹਿਲਾਂ ਟ੍ਰਿਲੀਅਨ ਦੀ ਗੱਲ ਕਰਦੇ ਹਾਂ ਆਪਾਂ। 1 ਟ੍ਰਿਲੀਅਨ ਕਿੰਨਾ ਹੁੰਦਾ ਜੇ ਤੁਹਾਨੂੰ ਪਤਾ ਹੋਵੇ ਤਾਂ? 1 ਲੱਖ ਕਰੋੜ, 1 ਲੱਖ ਕਰੋੜ ਹੁੰਦਾ, ਠੀਕ ਹੈ। 1 ਲੱਖ ਕਿੰਨਾ ਹੁੰਦਾ? ਕਰੋੜ ਹੁੰਦਾ। ਤਾਂ ਜੇ ਮੈਂ ਗੱਲ ਕਰਾਂ ਤੁਹਾਨੂੰ, ਮੈਂ ਬਿਲੀਅਨ ਦੀ ਗੱਲ ਕਰੀਏ, 1 ਬਿਲੀਅਨ ਕਿੰਨਾ ਹੁੰਦਾ? 1 ਬਿਲੀਅਨ ਕਿੰਨਾ ਹੁੰਦਾ ਸ਼ਾਇਦ ਤੁਹਾਨੂੰ ਪਤਾ ਹੋਊਗਾ, 1000 ਕਰੋੜ, ਠੀਕ ਹੈ, 1000 ਕਰੋੜ। ਤਾਂ ਇਹ ਕਿੰਨਾ ਆਇਆ, ਮਤਲਬ ਕਿ ਕਿੰਨਾ ਪੈਸਾ ਆਇਆ ਆਪਣੇ ਕੋਲੇ ਰਾਜੇ? ਆਪਣੇ ਕੋਲ ਪੈਸਾ ਆਇਆ ਰੁਪੀਸ 9.83 ਟ੍ਰਿਲੀਅਨ, ਠੀਕ ਹੈ, 9.83 ਟ੍ਰਿਲੀਅਨ, ਠੀਕ ਹੈ ਜੀ। 9.83 ਲੱਖ ਕਰੋੜ ਰੁਪਈਆ ਆਇਆ ਇਹਦੇ ਥਰੂ, ਯੂਪੀਆਈ ਦੇ ਥਰੂ, ਠੀਕ ਹੈ ਜੀ। ਤੇ ਯੂਪੀਆਈ ਤੁਹਾਨੂੰ ਪਤਾ ਹੀ ਹੈ ਰਾਜੇ ਸਾਰਿਆਂ ਨੂੰ, ਠੀਕ ਹੈ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਹੈਗੀ ਹੈ, NPCI, ਇਹ ਸੰਭਾਲਦੀ ਇਹਨੂੰ, ਠੀਕ ਹੈ, ਯੂਨੀਫਾਈਡ ਪੇਮੈਂਟ ਇੰਟਰਫੇਸ ਨੂੰ।
ਤਾਂ ਇਹਨਾਂ ਨੇ ਕੀਤਾ ਜੀ 9.83 ਟ੍ਰਿਲੀਅਨ ਇਨ ਅਪ੍ਰੈਲ 2022। ਇਹ ਵੀ ਯਾਦ ਰੱਖਣਾ ਨਾਲ ਕਿਹੜੇ ਮੰਥ ਦੇ ਵਿੱਚ, ਅਪ੍ਰੈਲ 2022 ਦੇ ਵਿੱਚ। ਇਹ ਹਾਈਐਸਟ ਹੈ ਹੁਣ ਤੱਕ ਦਾ, ਸਭ ਤੋਂ ਵੱਡਾ ਰਿਕਾਰਡ ਹੈ ਟ੍ਰਾਂਜੈਕਸ਼ਨਸ ਦਾ, ਠੀਕ ਹੈ ਜੀ। ਤਾਂ ਯੂਪੀਆਈ ਤੁਹਾਨੂੰ ਮੈਂ ਪਤਾ ਹੀ ਹੈ ਸਾਰਿਆਂ ਨੂੰ, ਦੇਖੋ ਯੂਪੀਆਈ ਤੁਸੀਂ ਕਰਦੇ ਹੀ ਹੋਵੋਗੇ, ਯੂਪੀਆਈ ਪਿਨ ਵੀ ਸੈੱਟ ਕਰਦੇ ਹੋ ਤੁਸੀਂ, ਹੈ ਨਾ, 4 ਜਾਂ 6 ਡਿਜਿਟ ਦੀ। ਗੂਗਲ ਪੇ, ਪੇਟੀਐਮ, ਫੋਨਪੇ, WhatsApp ਤੇ ਜਿੱਥੇ ਮਰਜ਼ੀ ਤੁਸੀਂ ਕਰ ਸਕਦੇ ਹੋ। ਤਾਂ ਆਹ ਦੇਖੋ ਜੀ, ਫਰਵਰੀ ਦੇ ਵਿੱਚ, ਮਾਰਚ ਦੇ ਵਿੱਚ ਤੇ ਅਪ੍ਰੈਲ ਦੇ ਵਿੱਚ ਸਭ ਤੋਂ ਵੱਧ ਆਇਆ ਜੀ 9.83 ਟ੍ਰਿਲੀਅਨ, ਠੀਕ ਹੈ, ਟ੍ਰਿਲੀਅਨ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਸਟੇਟ ਗਵਰਨਮੈਂਟ ਵਿਲ ਪ੍ਰੋਵਾਈਡ ਫ੍ਰੀ ਸੀਵਰ ਕਨੈਕਸ਼ਨ ਅੰਡਰ ਦਾ ਮੁੱਖ ਮੰਤਰੀ ਫ੍ਰੀ ਸੀਵਰ ਕਨੈਕਸ਼ਨ। ਤਾਂ ਫ੍ਰੀ ਸੀਵਰੇਜ ਕਨੈਕਸ਼ਨ ਮਿਲਣਗੇ ਭਾਈ, ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੈ ਮੁੱਖ ਮੰਤਰੀ ਮੁਫਤ ਸੀਵਰ ਕਨੈਕਸ਼ਨ। ਤਾਂ ਕਿਹਨੇ ਕੀਤੀ ਹੈ? ਪੰਜਾਬ, ਹਿਮਾਚਲ, ਹਰਿਆਣਾ ਜਾਂ ਦਿੱਲੀ? ਤਾਂ ਇਹ ਕੀਤੀ ਹੈ ਜੀ ਦਿੱਲੀ ਗਵਰਨਮੈਂਟ ਨੇ, ਅਰਵਿੰਦ ਕੇਜਰੀਵਾਲ ਜੀ ਨੇ ਕੀਤੀ ਹੈ। ਇਸ ਸਕੀਮ ਦੇ ਅਧੀਨ ਬਿਲਕੁਲ 101% ਫ੍ਰੀ ਕਨੈਕਸ਼ਨ ਪ੍ਰਦਾਨ ਕਰੂਗੀ ਇਹ ਦਿੱਲੀ ਗਵਰਨਮੈਂਟ, ਜਿਹਦੇ ਵਿੱਚ ਕੀ ਕਰਨਗੇ, 25,000 ਪਰਿਵਾਰਾਂ ਨੂੰ ਕੀ ਕਰਨਗੇ, ਮੁਫਤ ਵੰਡਣਗੇ ਕਨੈਕਸ਼ਨ। ਤੇ ਦਿੱਲੀ ਸਰਕਾਰ ਵੱਲੋਂ ਕਹਿੰਦਾ ਜੀ ਮੁਸਤਾਬਾਦ ਅਤੇ ਕਰਾਵਲ ਨਗਰ, ਦੋ ਨਗਰ ਯਾਦ ਰੱਖਣੇ ਆ, ਮੁਸਤਾਬਾਦ ਤੇ ਕਰਾਵਲ ਨਗਰ ਦੀਆਂ ਜਿਹੜੀਆਂ 12 ਕਲੋਨੀਆਂ ਹੈਗੀਆਂ ਉੱਥੇ ਪ੍ਰੋਵਾਈਡ ਕਰਨਗੇ ਫ੍ਰੀ ਕਨੈਕਸ਼ਨ। ਤੇ ਮੁੱਖ ਮੰਤਰੀ ਤੁਹਾਨੂੰ ਮੈਂ ਦੱਸਤਾ। ਲੈਫਟੀਨੈਂਟ ਕੌਣ ਨੇ? ਲੈਫਟੀਨੈਂਟ ਕੌਣ ਹੁੰਦਾ ਰਾਜੇ? ਜਿਹੜਾ ਹੈੱਡ ਹੁੰਦਾ ਕਿਸੇ ਵੀ ਯੂਟੀ ਦਾ। ਤਾਂ ਇੱਥੇ ਹੈਗੇ ਨੇ ਅਨਿਲ ਬੈਜਾਲ, ਠੀਕ ਹੈ, ਅਨਿਲ ਬੈਜਾਲ ਜੀ ਨੇ ਲੈਫਟੀਨੈਂਟ ਗਵਰਨਰ ਆਫ ਦਿੱਲੀ, ਇਹ ਯਾਦ ਰੱਖਣਾ ਤੁਸੀਂ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਜੀ ਰੀਸੈਂਟਲੀ ਇੱਕ ਡੈਥ ਹੋਈ ਹੈ ਲੀਓਨਾਰਡ ਕਰਾਵਚਿਕ, ਕਹਿੰਦਾ ਪਾਸਡ ਹੋ ਗਏ ਆ। ਕਹਿੰਦਾ ਜੀ ਫਸਟ ਪ੍ਰੈਜ਼ੀਡੈਂਟ ਸੀਗੇ ਕਿਹੜੀ ਕੰਟਰੀ ਦੇ? ਤਾਂ ਜਿਹੜੀ ਕੰਟਰੀ ਦੇ ਹੁਣ ਯੁੱਧ ਲੱਗਾ ਹੋਇਆ, ਬਹੁਤ ਨਿਊਜ਼ ਦੇ ਵਿੱਚ ਹੈ, ਤਾਂ ਮੋਸਟ ਇੰਪੋਰਟੈਂਟ ਬਣ ਜਾਊਗਾ ਤੁਹਾਡੇ ਵਾਸਤੇ। ਫਸਟ ਪ੍ਰੈਜ਼ੀਡੈਂਟ ਸੀਗੇ ਇਹ ਯੂਕਰੇਨ ਦੇ, ਠੀਕ ਹੈ, ਯੂਕਰੇਨ ਦੇ ਫਸਟ ਪ੍ਰੈਜ਼ੀਡੈਂਟ ਸੀਗੇ। ਤੁਸੀਂ ਮੈਨੂੰ ਕੀ ਦੱਸਣਾ, ਰਸ਼ੀਆ ਦਾ ਪ੍ਰੈਜ਼ੀਡੈਂਟ ਕੌਣ ਹੈ ਕਰੰਟਲੀ? ਤੁਸੀਂ ਮੈਨੂੰ ਇਹ ਕਮੈਂਟ ਕਰਨਾ, ਰਸ਼ੀਆ ਦਾ ਪ੍ਰੈਜ਼ੀਡੈਂਟ ਕੌਣ ਹੈ ਕਰੰਟਲੀ, ਕਿਉਂਕਿ ਬਹੁਤ ਨਿਊਜ਼ ਦੇ ਵਿੱਚ ਰਾਜੇ ਪੁੱਛਿਆ ਜਾ ਸਕਦਾ। ਤਾਂ ਯੂਕਰੇਨ ਦਾ ਜਿਹੜਾ ਫਸਟ ਸੀਗਾ ਰਾਜੇ, ਜਿਹੜੇ ਸੀਗੇ ਲਿਓਨਾਰਡ ਕਰਾਵਚੁਕ, ਇਹ ਹੋ ਗਏ ਨੇ, ਡੈਥ ਹੋ ਗਈ ਇਹਨਾਂ ਦੀ, ਠੀਕ ਹੈ ਜੀ। ਇਹਨਾਂ ਦੀ ਹਾਰਟ ਪ੍ਰੋਬਲਮ ਚੱਲ ਰਹੀ ਸੀਗੀ, ਤਾਂ ਇਹਨਾਂ ਦੀ ਡੈਥ ਹੋ ਚੁੱਕੀ ਹੈ। ਤਾਂ ਆਹ ਬੰਦੇ ਤੁਸੀਂ ਜਾਣਦੇ ਹੋਵੋਗੇ ਰਾਜੇ, ਬਹੁਤ ਬਰੇਵ ਬੰਦਾ ਹੈ, ਮੈਨੂੰ ਠੀਕ ਹੈ, ਵਧੀਆ ਲੱਗਦਾ ਬੰਦਾ ਇਹ ਹੈਗੇ ਨੇ ਜੀ ਕਰੰਟ ਪ੍ਰੈਜ਼ੀਡੈਂਟ ਆਫ ਯੂਕਰੇਨ। ਕੌਣ ਨੇ? ਵਲਦੀਮੀਰ ਜ਼ੈਲੈਂਸਕੀ, ਠੀਕ ਹੈ ਜੀ, ਇਹ ਹੈਗੇ ਨੇ ਕਰੰਟ ਪ੍ਰੈਜ਼ੀਡੈਂਟ। ਤੇ ਪਹਿਲੇ ਤੁਹਾਨੂੰ ਮੈਂ ਦੱਸਦਾ ਜਿਹੜੇ ਡੈਥ ਹੋ ਗਈ ਹੈ, ਕਹਿੰਦਾ ਜੀ ਸੋਵੀਅਤ ਯੂਨੀਅਨ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਸਾਰੇ ਇਕੱਠੇ ਹੀ ਸੀਗੇ, ਰੂਸ ਵਗੈਰਾ ਲਟਰਮ ਪਟਰਮ, ਹਨਾ, ਸੋਵੀਅਤ ਯੂਨੀਅਨ ਦੇ ਵਿੱਚ। ਤਾਂ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਪਹਿਲਾਂ ਜਿਹੜੇ ਮਿਸਟਰ ਕਰਾਵਚੁਕ ਸੀਗੇ, ਜਿਹੜੇ ਪਿੱਛੇ ਜਿਹਨਾਂ ਦੀ ਡੈਥ ਹੋ ਗਈ ਹੈ, ਇਹ ਜਿਹੜੀ ਯੂਕਰੇਨ ਦੀ ਕਮਿਊਨਿਸਟ ਪਾਰਟੀ ਹੈ ਕਿ ਉਹਦੇ ਨੇਤਾ ਸੀਗੇ। ਬਾਅਦ ਦੇ ਵਿੱਚ ਇਹਨਾਂ ਨੇ ਆਪ ਦੇਸ਼ ਨੂੰ ਸੰਭਾਲਿਆ ਤੇ ਉੱਥੋਂ ਆਜ਼ਾਦ ਕਰਵਾਇਆ, ਹਨਾ, ਸੋਵੀਅਤ ਯੂਨੀਅਨ ਤੋਂ। ਤਾਂ ਇਹਨਾਂ ਦੀ ਸਿਹਤ ਕਹਿੰਦੇ ਜੀ ਪਿਛਲੇ ਸਾਲ ਕੀ ਸੀਗੀ, ਡਿੱਗ ਗਈ ਸੀਗੀ, ਡਾਊਨ ਹੋ ਗਈ ਸੀਗੀ, ਤੇ ਦਿਲ ਦੀ ਸਰਜਰੀ ਹੋਈ ਸੀ, ਜਿਸ ਕਰਕੇ ਇਹਨਾਂ ਨੂੰ ਕੀ ਕਰਨਾ ਪਿਆ, ਜਿਹੜਾ ਇਹਨਾਂ ਹਸਪਤਾਲ ਦੇ ਵਿੱਚ ਬਹੁਤ ਸਾਰਾ ਲੰਮਾ ਸਮਾਂ ਬਿਤਾਇਆ ਇਹਨਾਂ ਨੇ, ਤੇ ਉਸ ਕਰਕੇ ਇਹਨਾਂ ਦੀ ਡੈਥ ਹੋ ਗਈ ਹੈ, ਠੀਕ ਹੈ ਜੀ। ਤਾਂ ਯਾਦ ਰੱਖਿਓ ਨੈਚੁਰਲ ਡੈਥ ਹੋਈ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਹੂ ਹੈਜ਼ ਟੇਕਨ ਓਥ ਐਜ਼ ਏ ਪ੍ਰੈਜ਼ੀਡੈਂਟ ਆਫ ਸਾਊਥ ਕੋਰੀਆ। ਸਾਊਥ ਕੋਰੀਆ ਦੇ ਨਵੇਂ ਰਾਸ਼ਟਰਪਤੀ ਕੌਣ ਨੇ ਜੀ? ਇਹ ਪੁੱਠੇ ਸਿੱਧੇ ਨਾਮ ਜੇ ਹੈ, ਮੈਂ ਸਾਰੇ ਤਾਂ ਬੋਲ ਨਹੀਂ ਸਕਦਾ, ਇੱਕ ਬੋਲ ਦਿੰਦਾ। ਜਿਹੜੇ ਹੈਗੇ ਨੇ, ਜਿਹੜਾ ਆਹ ਬੰਦਾ ਹੈਗਾ, ਇਹ ਹੈ ਜੀ ਪ੍ਰੈਜ਼ੀਡੈਂਟ, ਇਹ ਹੈਗੇ ਨੇ ਜੀ ਆਪਣੇ ਜੂਨ ਸੁਕੁਲ, ਜੂਨ ਸੁਕੁਲ, ਠੀਕ ਹੈ ਜੀ, ਇਹਨਾਂ ਨੂੰ ਇਸ ਤਰ੍ਹਾਂ ਪ੍ਰੋਨਾਉਂਸ ਕਰਦੇ ਆ। ਤੇ ਇਹ ਬਣੇ ਨੇ ਜੀ ਸਾਊਥ ਕੋਰੀਆ ਦੇ। ਸਾਊਥ ਕੋਰੀਆ ਦੀ ਕੈਪੀਟਲ ਕਿਹੜੀ ਹੈ ਜੀ? ਸਿਓਲ। ਤੇ ਉੱਥੋਂ ਦਾ ਪੈਸਾ ਕਿਹੜਾ ਹੈਗਾ ਜੀ? ਸਾਊਥ ਕੋਰੀਅਨ ਵੋਨ, ਠੀਕ ਹੈ ਜੀ। ਆਹ ਵਰਲਡ ਦੇ ਮੈਪ ਦੇ ਵਿੱਚ ਸਾਊਥ ਕੋਰੀਆ, ਠੀਕ ਹੈ। ਤਾਂ ਸਾਊਥ ਕੋਰੀਆ ਦੀ ਨਿਊਜ਼ ਹੈ ਜੀ। ਅਗਲਾ ਅੱਜ ਦਾ ਲਾਸਟ ਕਰੰਟ ਅਫੇਅਰ, ਕਹਿੰਦਾ ਜੀ ਇੰਡੀਆ ਕੰਟਰੀਬਿਊਟ ਹਾਊ ਮਚ ਅਮਾਉਂਟ ਟੂ ਪ੍ਰਮੋਟ ਹਿੰਦੀ ਐਟ ਯੂਨਾਈਟਿਡ ਨੇਸ਼ਨ। ਯੂਨਾਈਟਿਡ ਨੇਸ਼ਨ ਦੇ ਵਿੱਚ ਸੌਰੀ ਯਾਰ, ਇਹ ਤਾਂ ਇੱਕ ਨੈਚੁਰਲ ਪ੍ਰੋਸੈਸ ਹੈ, ਇਹਨੂੰ ਮੈਂ ਰੋਕ ਨਹੀਂ ਸਕਿਆ, ਤੇ ਐਡੀਟਿੰਗ ਕਰਨ ਦਾ ਟਾਈਮ ਵੀ ਨਹੀਂ ਹੈਗਾ, ਤਾਂ ਐਡਜਸਟ ਕਰ ਲਿਓ ਪਲੀਜ਼, ਠੀਕ ਹੈ। ਇੱਕ ਨੈਚੁਰਲ ਚੀਜ਼ਾਂ ਹੁੰਦੀਆਂ। ਤਾਂ ਕਹਿੰਦਾ ਜੀ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਿੰਦੀ ਨੂੰ ਉਤਸ਼ਾਹਿਤ ਕਰਨ ਵਾਸਤੇ ਕਿੰਨੀ ਰਕਮ ਦਾ ਯੋਗਦਾਨ ਪਾਇਆ ਰਾਜੇ? ਤਾਂ ਇਹ ਪਾਇਆ ਜੀ 8 ਲੱਖ USD ਡਾਲਰ, ਠੀਕ ਹੈ, US ਡਾਲਰ ਪਾਏ ਨੇ 8 ਲੱਖ। ਧਿਆਨ ਦੇ ਵਿੱਚ ਰੱਖਣਾ ਤੁਸੀਂ ਇਹ ਗੱਲ। ਅਗਰ ਮੈਂ ਇੱਕ ਥੋੜੀ ਜਿਹੀ ਤੁਹਾਡੇ ਤੋਂ ਜਾਣਕਾਰੀ ਪ੍ਰਾਪਤ ਕਰਾਂ, ਸ਼ਾਇਦ ਤੁਹਾਨੂੰ ਪਤਾ ਵੀ ਹੋਊਗਾ ਰਾਜੇ, ਜਿਹੜਾ ਇਹ ਲੈਂਗੁਏਜ ਹੁੰਦੀ ਹੈ ਆਪਣੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿਹੜੇ ਆਰਟੀਕਲ ਦੇ ਅੰਡਰ ਆਉਂਦੀ ਹੈ, ਕਿਹੜੇ ਆਰਟੀਕਲ ਦੇ ਅੰਡਰ ਆਪਾਂ ਕੀ ਕਰਦੇ ਹਾਂ, ਐਡ ਕਰਦੇ ਹਾਂ। ਤਾਂ ਆਰਟੀਕਲ ਜਿਹੜਾ ਹੈਗਾ 345 ਆਪਾਂ ਨੂੰ ਕੀ ਕਹਿੰਦਾ ਜੀ, ਇਹ ਆਫੀਸ਼ੀਅਲ ਲੈਂਗੁਏਜ, ਕੀ ਕਹਿੰਦਾ ਜੀ ਇਹ ਆਪਾਂ ਨੂੰ, ਆਫੀਸ਼ੀਅਲ ਲੈਂਗੁਏਜ, ਠੀਕ ਹੈ, ਜਾਂ ਆਪਾਂ ਕਹਿ ਦਿੰਦੇ ਆ ਲੈਂਗੁਏਜ ਆਫ ਸਟੇਟ, ਜਾਂ ਆਪਾਂ ਕੀ ਕਹਿ ਦਿੰਦੇ ਆ ਲੈਂਗੁਏਜ ਆਫ ਆ ਸਟੇਟ। ਸਟੇਟ ਕਿਹੜਾ, ਜਿਵੇਂ ਇੰਡੀਆ ਸਟੇਟ ਬੋਲਦੇ ਨਾ ਵੈਸੇ ਉਹਦੇ ਵਿੱਚ ਵਰਡ। ਤੇ ਟੋਟਲ ਕਿੰਨੀਆਂ ਨੇ ਰਾਜੇ, ਕਿੰਨੀਆਂ ਰੈਕੋਗਨਾਈਜ਼ਡ ਨੇ ਆਪਣੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ? 22 ਲੈਂਗੁਏਜ ਨੇ ਟੋਟਲ, 22 ਭਾਸ਼ਾ, ਜਿਵੇਂ ਹਿੰਦੀ ਹੋ ਗਈ, ਮਰਾਠੀ ਹੋ ਗਈ, ਠੀਕ ਹੈ, ਗੁਜਰਾਤੀ ਹੋ ਗਈ, ਪੰਜਾਬੀ ਹੋ ਗਈ, ਇਹ 22 ਲੈਂਗੁਏਜ ਨੇ ਜਿਹੜੀਆਂ ਰਿਕੋਗਨਾਈਜ਼ਡ ਨੇ, ਠੀਕ ਹੈ, ਆਪਣੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। 345 ਆਰਟੀਕਲ ਵੀ ਯਾਦ ਰੱਖ ਲਿਓ।
ਤਾਂ ਅੱਜ ਦਾ ਹੁਣ ਰਿਵੀਜ਼ਨ ਟੈਸਟ ਆਊਗਾ। ਪਹਿਲਾਂ ਆਪਾਂ ਦੇਖਦੇ ਹਾਂ ਜਿਹੜਾ ਪੈਸਾ ਦਿੱਤਾ ਗਿਆ ਰਾਜੇ ਕਿਹਨੇ ਦਿੱਤਾ ਰਾਜੇ, ਇਹ ਇੰਡੀਆਜ਼ ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਆਰ ਰਵਿੰਦਰਾ, ਠੀਕ ਹੈ ਜੀ। ਆ ਬੰਦਾ ਰਵਿੰਦਰ, ਆਰ ਰਵਿੰਦਰ, ਇਹਨਾਂ ਨੇ ਚੈੱਕ ਦਿੱਤਾ ਕਿਹਨੂੰ ਦਿੱਤਾ ਜੀ, ਡਿਪਟੀ ਡਾਇਰੈਕਟਰ ਐਂਡ ਆਫੀਸਰ ਇੰਚਾਰਜ ਜਿਹੜੇ ਹੈਗੇ ਨੇ ਮੀਡੀਆ ਡਿਵੀਜ਼ਨ ਦੇ ਯੂਨਾਈਟਿਡ ਨੇਸ਼ਨ ਡਿਪਾਰਟਮੈਂਟ ਦੇ, ਇਹ ਹੈਗੇ ਨੇ ਮੀਤਾ ਹੋਸਾਲੀ, ਠੀਕ ਹੈ ਜੀ। ਮੀਤਾ ਹੋਸਾਲੀ ਜੀ ਨੂੰ ਦਿੱਤਾ ਹੈ ਹਿੰਦੀ ਵਾਸਤੇ 8 ਲੱਖ ਰੁਪਈਆ। ਤੇ ਅੱਜ ਦੀ ਰਿਵੀਜ਼ਨ ਟਾਈਮ ਦੇ ਵਿੱਚ ਆਪਾਂ ਕਰਾਂਗੇ 10 ਬੈਸਟ ਪੁਰਾਣੇ, ਠੀਕ ਹੈ, ਕਰੰਟ ਅਫੇਅਰ ਦੇਖਦੇ ਹਾਂ ਜੀ ਤੁਹਾਡੇ ਕਿੰਨਾ ਕੁ ਤੁਸੀਂ ਯਾਦ ਰੱਖਦੇ ਹੋ ਪਲੀਜ਼, ਤੇ ਆਨਸਰ ਕਰਕੇ ਜਾਣਾ ਵੀ ਤੁਹਾਡੇ ਕਿੰਨੇ ਠੀਕ ਨੇ ਕਿੰਨੇ ਗਲਤ ਨੇ। ਤਾਂ ਤੁਸੀਂ ਦੱਸਣਾ ਜੀ ਅੰਤਰਰਾਸ਼ਟਰੀ ਫਾਇਰ ਫਾਈਟਰ ਦਿਵਸ, ਠੀਕ ਹੈ ਜੀ, ਨੈਸ਼ਨਲ ਇੰਟਰਨੈਸ਼ਨਲ ਫਾਇਰ ਫਾਈਟਰ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤਾਂ ਆਈ ਹੋਪ ਤੁਸੀਂ ਆਨਸਰ ਸੋਚ ਲਿਆ ਹੋਊਗਾ, ਤੁਹਾਡਾ ਆਨਸਰ ਵੀ ਠੀਕ ਹੋਊਗਾ। ਤਾਂ 4 ਮਈ ਨੂੰ ਮਨਾਇਆ ਜਾਂਦਾ ਰਾਜੇ ਫਾਇਰ ਫਾਈਟਰ ਡੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਰਲਡ ਪ੍ਰੈਸ ਫਰੀडम ਡੇ ਕਦੋਂ ਮਨਾਇਆ ਜਾਂਦਾ ਰਾਜੇ। ਤਾਂ ਮੈਂ ਤਾਂ ਜ਼ਿਆਦਾ ਡੇ ਵਾਲੇ ਪਾ ਰਿਹਾ, ਡੇ ਤੋਂ ਬਹੁਤ ਕੁਐਸਚਨ ਆਉਂਦੇ ਆ। ਤਾਂ ਫਾਇਰ ਫਾਈਟਰ ਡੇ ਕਦੋਂ ਮਨਾਇਆ ਜਾਂਦਾ ਰਾਜੇ, ਇਹ ਮਨਾਇਆ ਜਾਂਦਾ ਜੀ 3 ਮਈ ਨੂੰ। ਅੱਗੇ ਗੱਲ ਕਰੀਏ ਆਪਾਂ ਅਗਰ ਨਿਊ ਡਾਇਰੈਕਟਰ ਆਫ ਦਾ ਕਾਰਬੇਟ ਟਾਈਗਰ ਰਿਜ਼ਰਵ, ਇਹ ਤੁਹਾਨੂੰ ਮੈਂ ਦੱਸਿਆ ਸੀਗਾ ਕੌਣ ਨੇ, ਇਹ ਨਿਊਜ਼ ਜੀ ਨੇ, ਕਿਉਂਕਿ ਪੁਰਾਣਾ ਬੰਦੇ ਨੂੰ ਕੱਟਤਾ ਸੀ ਉਹਨੇ, ਨਜਾਇਜ਼ ਕੀ ਕੀਤੇ ਸੀਗੇ, ਕਲੋਨੀਆਂ ਬਣਾਤੀਆਂ ਸੀ ਦਰਖਤ ਵੱਢ ਕੇ। ਤਾਂ ਥਰਡ ਦਾ ਜਿਹੜਾ ਰਾਈਟ ਆਨਸਰ ਬਣਦਾ ਰਾਜੇ ਨਰੇਸ਼ ਕੁਮਾਰ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਫਸਟ ਇੰਡੀਅਨ, ਠੀਕ ਹੈ, ਕੁੜੀ ਹੈ ਜਿਹਨੇ ਫਸਟ ਇੰਡੀਅਨ ਨੇ ਵਿਨ ਕੀਤਾ ਜੀ 골ਡ ਮੈਡਲ ਐਟ IWF ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ। ਤੇ ਕੌਣ ਹੈ ਜੀ, ਤੁਹਾਨੂੰ ਮੈਂ ਦੱਸਿਆ ਸੀਗਾ ਹਰਸ਼ਦਾ ਸ਼ਰਦ ਗਰੂੜ, ਠੀਕ ਹੈ ਜੀ। ਇਹਨਾਂ ਨੇ ਇਹ ਵਿਨ ਕੀਤੀ ਹੈ IWF ਜੂਨੀਅਰ, ਠੀਕ ਹੈ। ਅੱਗੇ ਕਹਿੰਦਾ ਜੀ ਰੀਸੈਂਟਲੀ ਵਿਚ ਕੰਟਰੀ ਸਰਦਾਰ ਵੱਲਭ ਭਾਈ ਪਟੇਲ ਸਟੈਚੂ, ਠੀਕ ਹੈ, ਕਿੱਥੇ ਲਗਾਇਆ ਗਿਆ ਜੀ, ਇਹ ਤੁਹਾਨੂੰ ਮੈਂ ਦੱਸਿਆ ਸੀਗਾ ਕਿੱਥੇ ਲਗਾਇਆ ਗਿਆ ਜੀ, ਜਸਟਿਨ ਟਰੂਡੋ ਕੈਨੇਡਾ, ਠੀਕ ਹੈ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਰੀਸੈਂਟਲੀ ਹਾਲ ਦੇ ਵਿੱਚ ਕਿਹੜੇ ਦੋ ਭਾਰਤੀ ਵਿਦਿਆਰਥੀਆਂ ਦੇ ਗਰੁੱਪ ਨੇ ਨਾਸਾ 2022 ਜਿਹੜਾ ਹਿਊਮਨ ਐਕਸਪਲੋਰਰ ਰੋਵਰ ਚੈਲੰਜ ਹੁੰਦਾ ਉਹਨੂੰ ਜਿੱਤ ਲਿਆ ਗਿਆ। ਤਾਂ ਇਹ ਹੈਗੇ ਦੋ ਮੁੰਡੇ ਜੀ ਇੰਡੀਆ ਦੇ, ਇੱਕ ਹੈਗਾ ਜੀ ਪੰਜਾਬ ਤੋਂ, ਇੱਕ ਹੈਗਾ ਤਾਮਿਲਨਾਡੂ ਤੋਂ, ਠੀਕ ਹੈ, ਸਾਰਾ ਕੁਝ ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਇੰਡੀਅਨ ਐਥਲੀਟ ਹੈਜ਼ ਬੀਨ ਪ੍ਰੋਵਿਜ਼ਨਲੀ ਸਸਪੈਂਡਡ ਬਾय ਦ ਐਥਲੈਟਿਕ ਇੰਟੀਗ੍ਰਿਟੀ ਯੂਨਿਟ। ਤਾਂ ਕੀ ਆਣਾ ਹੈ ਜੀ, ਕਮਲਪ੍ਰੀਤ ਕੌਰ ਨੇ ਮਲੋੜ ਤੋਂ ਨੇ ਜੀ, ਮਲੋੜ ਤੋਂ, ਜਿਹੜੇ ਮੁਕਤਸਰ ਸਾਹਿਬ ਤੋਂ ਕਹਿ ਰਹੇ ਸੀਗੇ ਉਹਨਾਂ ਨੂੰ ਮੈਂ ਦੱਸ ਦਵਾਂ ਡਿਸਟ੍ਰਿਕਟ ਮੁਕਤਸਰ ਸਾਹਿਬ ਨੇ ਪਰ ਮਲੋੜ ਤੋਂ ਨੇ, ਮਲੋੜ, ਠੀਕ ਹੈ, ਕਬਰ ਵਾਲਾ ਪਿੰਡ ਪੈਂਦਾ ਉੱਥੇ, ਮੈਂ ਵੀ ਉੱਥੋਂ ਦਾ ਹੀ ਆ, ਨੇੜੇ ਤੇੜੇ, ਮੈਂ ਵੀ ਫਾਜ਼ਿਲਕਾ ਦਾ ਹੀ ਆ। ਅਗਰ ਗੱਲ ਕਰਦੇ ਹਾਂ ਜੀ ਇਸਰੋ ਜਿਹੜਾ ਮਿਸ਼ਨ ਕਰ ਰਿਹਾ ਜੀ ਕਿੱਥੇ ਜਾਣ ਦਾ, ਕਿਹੜੇ ਗ੍ਰਹਿ ਤੇ ਜਾਣ ਦਾ ਮਿਸ਼ਨ ਕਰ ਰਿਹਾ, ਉਹ ਕਰ ਰਿਹਾ ਜੀ ਵੀਨਸ ਦੇ ਉੱਪਰ, ਠੀਕ ਹੈ। ਪਹਿਲਾ ਮਿਸ਼ਨ ਤੁਹਾਨੂੰ ਮੈਂ ਦੱਸਿਆ ਸੀ ਸ਼ੁਕਰਯਾਨ, ਠੀਕ ਹੈ, ਪਹਿਲਾ ਜਿਹੜਾ ਇੰਡੀਆ ਦਾ ਮਿਸ਼ਨ ਕਿਹੜਾ ਸੀਗਾ, ਸ਼ੁਕਰਯਾਨ ਸੀਗਾ ਵੀਨਸ ਦੇ ਉੱਪਰ। ਤਾਂ ਵੀਨਸ ਕੀ ਹੈ ਜੀ, ਹੋਸਟੈਸਟ ਸਭ ਤੋਂ ਗਰਮ ਗ੍ਰਹਿ ਹੈ ਆਪਣੇ ਸੋਲਰ ਸਿਸਟਮ ਦਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਕਿਹੜੇ ਚੀਫ ਮਿਨਿਸਟਰ ਨੇ ਲਾਂਚ ਕੀਤਾ ਜੀ ਵਹੀਕਲ ਮੂਵਮੈਂਟ ਟਰੈਕਿੰਗ ਸਿਸਟਮ, ਮੋਬਾਈਲ ਐਪ ਜਿਹੜਾ ਟਰੈਕ ਕਰੂਗਾ ਰੇਤਾ ਜਿਹੜੀ ਸੈਂਡ ਲੈ ਕੇ ਜਾਂਦੇ ਆ ਮਾਈਨਿੰਗ ਵਗੈਰਾ। ਤਾਂ ਕਿਹੜਾ ਇਹ ਬਣ ਗਿਆ ਜੀ ਆਪਣਾ ਗਵਾਂਢੀ ਸੂਬਾ ਹਰਿਆਣਾ, ਮਨੋਹਰ ਲਾਲ ਖੱਟਰ ਜੀ ਨੇ ਲਾਂਚ ਕੀਤੀ ਹੈ ਐਪ। ਲਾਸਟ ਬਟ ਨਾਟ ਲੀਸਟ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਵਰਲਡ ਰੈੱਡ ਕਰਾਸ ਡੇ। ਤਾਂ ਵਰਲਡ ਰੈੱਡ ਕਰਾਸ ਡੇ ਕਦੋਂ ਮਨਾਇਆ ਜਾਂਦਾ ਭਾਈ, 8 ਮਈ ਨੂੰ। ਤੁਸੀਂ ਮੈਨੂੰ ਥੀਮ ਜਰੂਰ ਕਮੈਂਟ ਕਰਿਓ ਕਿਉਂਕਿ ਇਹਦਾ ਥੀਮ ਪੁੱਛਿਆ ਜਾਊਗਾ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਪਸੰਦ ਆਇਆ ਹੋਊਗਾ ਰਾਜੇ। ਬਹੁਤ ਵਧੀਆ ਢੰਗ ਨਾਲ ਆਪਾਂ ਕਰੰਟ ਅਫੇਅਰ ਕਵਰ ਕੀਤੇ ਅੱਜ 11 ਤੇ 12 ਦੇ। ਤਾਂ ਪਲੀਜ਼ ਥੋੜਾ ਜਿਹਾ ਐਡਜਸਟ ਕਰ ਲਿਆ ਕਰੋ ਕਿਉਂਕਿ ਨਾ ਮੈਂ ਐਪ ਦੇ ਵਿੱਚ ਵੀ ਬਹੁਤ ਇਨਵੋਲਵ ਹਾਂ ਰਾਜੇ, ਉੱਥੇ ਵੀ ਆਲਰੇਡੀ ਕੋਰਸਿਸ ਚੱਲ ਰਹੇ ਨੇ, ਫਿਰ YouTube ਤੇ ਵੀ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਕੰਪਿਊਟਰ ਦੀ। ਤਾਂ ਥੋੜਾ ਜਿਹਾ ਐਡਜਸਟ ਕਰ ਲਿਆ ਕਰੋ। ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਿਵੇਂ ਰਾਤ ਨੂੰ ਬਣਾ ਕੇ ਰੱਖ ਲਿਆ ਕਰਾਂ ਕਲਾਸ ਤੇ ਤੁਹਾਨੂੰ ਸਵੇਰੇ ਸਵੇਰੇ ਮਿਲ ਜਾਇਆ ਕਰੇ। ਮੈਂ ਬਹੁਤ ਕੋਸ਼ਿਸ਼ ਕਰ ਰਿਹਾ, ਤਾਂ ਹੌਲੀ ਹੌਲੀ ਸਾਰਾ ਸ਼ਡਿਊਲ ਹੋ ਜਾਊਗਾ। ਪੰਜਾਬ ਜੀਕੇ ਦੇ ਬਹੁਤ ਕਮੈਂਟ ਆਉਂਦੇ ਆ, ਪੰਜਾਬ ਜੀਕੇ ਵੀ ਆਪਾਂ ਹੁਣ ਸ਼ੁਰੂ ਕਰਾਂਗੇ। ਬਸ ਥੋੜਾ ਥੋੜਾ ਮਤਲਬ ਕਿ ਇੱਕ ਵਾਰੀ ਆ ਜਾਈਏ ਆਪਾਂ ਆਪਦੇ ਸ਼ਡਿਊਲ ਦੇ ਵਿੱਚ, ਫਿਰ ਸਾਰਾ ਕੁਝ ਮਿਲੂਗਾ। ਬਟ ਕੰਟੀਨਿਊਟੀ ਆਪਾਂ ਰੱਖਣੀ ਹੈ ਇੱਥੇ ਕਰੰਟ ਅਫੇਅਰ ਦੀ। ਜੇ ਕੰਟੀਨਿਊਟੀ ਟੁੱਟ ਗਈ ਫਿਰ ਆਪਾਂ ਨਹੀਂ ਪਾਸ ਹੁੰਦੇ। ਤਾਂ ਪਲੀਜ਼ ਤੁਸੀਂ ਸਾਡੇ ਨਾਲ ਸਾਥ ਦਿਓ, ਕਮੈਂਟ ਕਰਿਓ, ਲਾਈਕ ਸ਼ੇਅਰ ਜਰੂਰ ਕਰ ਦਿਓ, ਤੇ ਜਿਹੜੇ ਬੱਚੇ ਚੈਨਲ ਤੇ ਨੇ ਨਵੇਂ ਸਬਸਕ੍ਰਾਈਬ ਜਰੂਰ ਕਰ ਲਿਓ। ਤਾਂ ਸ਼ੁਕਰੀਆ ਜੀ, ਧੰਨਵਾਦ, ਬਾਬਾ ਮਿਹਰ ਕਰੇ।